ਪਾਠ ਨੰਬਰ 10 ਵੈਦਿਕ ਕਾਲ ਲਗਭਗ 1500 ਈਸਵੀ ਪੂਰਵ ਤੋਂ 500 ਈਸਵੀ ਪੂਰਵ ਤੱਕ। ਇਸ ਤੋਂ ਪਹਿਲਾਂ ਅਸੀਂ ਨੇ ਸਿੰਧ ਘਾਟੀ ਸਭਿਅਤਾ ਬਾਰੇ ਪੜ੍ਹਿਆ ਅਤੇ ਉਸ ਤੋਂ ਬਾਅਦ ਵੈਦਿਕ ਸਭਿਅਤਾ। ਅਸੀਂ 4 ਵੇਦਾਂ ਬਾਰੇ ਸੁਣਿਆ ਹੈ। ਇਹਨਾਂ ਵਿੱਚੋਂ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ। ਜੇਕਰ ਇਹਨਾਂ ਦਾ ਤਰਤੀਬ ਕਰਨਾ ਤਾਂ ਅਲਫਾਬੈਟੀਕਲ ਪਹਿਲਾਂ ਦੇਖ ਲਓ ਆਰ ਰਿਗਵੇਦ, ਆਰ ਤੋਂ ਬਾਅਦ ਐਸ ਸਾਮਵੇਦ, ਫਿਰ ਵਾਈ ਯਜੁਰਵੇਦ ਅਤੇ ਫਿਰ ਏ। ਭਾਵ ਰਿਗਵੇਦ ਤੋਂ ਸ਼ੁਰੂ ਕਰਕੇ ਅਲਫਾਬੈਟੀਕਲ ਦੇਖ ਸਕਦੇ ਹਾਂ ਆਰ ਐਸ ਵਾਈ ਏ। ਰਿਗਵੇਦ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਹੈ। ਰਿਗਵੇਦ ਸੰਸਾਰ ਦੀ ਸਭ ਤੋਂ ਪੁਰਾਣੀ ਪੁਸਤਕ ਹੈ। ਇਹ ਕੁਦਰਤੀ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਮੰਤਰਾਂ ਦਾ ਸੰਗ੍ਰਹਿ ਹੈ। ਇਹ ਕੁਦਰਤੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਮੰਤਰਾਂ ਨੂੰ ਅਸੀਂ ਇੰਗਲਿਸ਼ ਕਹਿੰਦੇ ਹਾਂ ਹਾਈਮਨ। ਅਤੇ ਕੁਦਰਤੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਲਿਖੇ ਗਏ ਮੰਤਰਾਂ ਦਾ ਸੰਗ੍ਰਹਿ ਹੈ। ਇਹ ਇੱਕ ਵਿਅਕਤੀ ਦੁਆਰਾ ਨਹੀਂ ਲਿਖਿਆ ਗਿਆ। ਜੋ ਰਿਗਵੇਦ ਹੈ ਇਹ ਇੱਕ ਵਿਅਕਤੀ ਦੁਆਰਾ ਨਹੀਂ ਲਿਖਿਆ ਗਿਆ। ਅਨੇਕ ਵਿਦਵਾਨ ਰਿਸ਼ੀਆਂ ਦੁਆਰਾ ਇੱਕ ਲੰਮੇ ਸਮੇਂ ਤੱਕ ਲਿਖੇ ਸੂਕਤ ਜੋ ਮੰਤਰ ਨੇ, ਜੋ ਹਾਈਮਨਸ ਨੇ, ਉਹਨਾਂ ਨੂੰ ਅਸੀਂ ਸੂਕਤ ਕਹਿੰਦੇ ਹਾਂ, ਇਸ ਵਿੱਚ ਸ਼ਾਮਿਲ ਹਨ। ਵੇਦਾਂ ਦੇ ਬਾਅਦ ਲੰਬੇ ਸਮੇਂ ਤੱਕ ਬਹੁਤ ਸਾਰੇ ਗ੍ਰੰਥ ਲਿਖੇ ਗਏ। ਇਹਨਾਂ ਵਿੱਚੋਂ ਕੁਝ ਤਾਂ ਵੇਦਾਂ ਉੱਪਰ ਵਿਆਖਿਆ ਕਰਦੇ ਹਨ। ਹੋਰ ਗ੍ਰੰਥ ਵੇਦਾਂ ਵਿੱਚ ਦਿੱਤੇ ਗਏ ਕਰਮ ਕਾਂਡਾਂ ਦੀ ਵਿਆਖਿਆ ਕਰਦੇ ਹਨ। ਜੋ ਵੇਦਾਂ ਦੇ ਵਿੱਚ ਕਰਮ ਕਾਂਡ ਦਿੱਤੇ ਗਏ ਹਨ ਉਹਨਾਂ ਉੱਪਰ ਵੀ ਵਿਆਖਿਆ ਕਰਦੇ ਗ੍ਰੰਥ ਹਨ। ਕੁਝ ਧਰਮ ਦਰਸ਼ਨ, ਜਿਵੇਂ ਕਿ ਅਸੀਂ ਕੀਤਾ ਸੀ ਮਨੂ ਸਮ੍ਰਿਤੀ, ਹਿੰਦੂ ਧਰਮ ਦੇ ਕਾਨੂੰਨਾਂ ਸੰਬੰਧੀ ਜੋ ਗ੍ਰੰਥ ਹੈ ਉਹ ਹੈ ਮਨੂ ਸਮ੍ਰਿਤੀ। ਅਸੀਂ ਆਮ ਤੌਰ 'ਤੇ ਜੋ ਵੇਦਾਂ ਤੋਂ ਬਾਅਦ ਗ੍ਰੰਥ ਲਿਖੇ ਗਏ ਉਹਨਾਂ ਨੂੰ ਕਹਿੰਦੇ ਹਾਂ ਬ੍ਰਾਹਮਣ, ਫਿਰ ਅਰਣਕ, ਫਿਰ ਸੂਤਰ ਅਤੇ ਫਿਰ ਉਪਨਿਸ਼ਦ। ਵਾਸੂ, ਬ੍ਰਾਹਮਣ, ਅਰਣਕ, ਸੂਤਰ ਅਤੇ ਉਪਨਿਸ਼ਦ, ਉਹਨਾਂ ਸਾਰਿਆਂ ਨੂੰ ਵੈਦਿਕ ਸਾਹਿਤ ਕਿਹਾ ਜਾਂਦਾ, ਵੈਦਿਕ ਲਿਟਰੇਚਰ ਕਿਹਾ ਜਾਂਦਾ ਹੈ। ਜਿਸ ਕਾਲ ਵਿੱਚ ਇਹ ਲਿਖੇ ਗਏ ਸਨ ਉਹਨਾਂ ਨੂੰ ਵੈਦਿਕ ਕਾਲ ਕਿਹਾ ਜਾਂਦਾ ਹੈ। ਵੈਦਿਕ ਏਜ, ਵੈਦਿਕ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ। ਵੈਦਿਕ ਕਾਲ ਦਾ ਅੰਦਾਜ਼ਨ ਸਮਾਂ 1500 ਈਸਵੀ ਪੂਰਵ ਤੋਂ 500 ਈਸਵੀ ਪੂਰਵ ਤੱਕ ਹੈ। ਜੋ ਵੈਦਿਕ ਕਾਲ ਹੈ ਉਸਦਾ ਸਮਾਂ 1500 ਈਸਵੀ ਪੂਰਵ ਤੋਂ ਲੈ ਕੇ 500 ਈਸਵੀ ਪੂਰਵ ਤੱਕ ਦਾ ਹੈ। ਇਹਨਾਂ ਨੂੰ 2 ਭਾਗਾਂ ਵਿੱਚ, ਜੋ ਵੈਦਿਕ ਕਾਲ ਹੈ ਇਸ ਨੂੰ 2 ਭਾਗਾਂ ਵਿੱਚ ਵੰਡਿਆ ਜਾਂਦਾ ਹੈ। ਪਹਿਲੇ ਕਾਲ ਨੂੰ, ਜੋ ਕਿ 1500 ਤੋਂ ਲੈ ਕੇ 1000 ਈਸਵੀ ਪੂਰਵ ਤੱਕ ਹੈ, ਪਹਿਲੇ ਕਾਲ ਨੂੰ ਰਿਗਵੇਦਿਕ ਜਾਂ ਅਰਲੀ ਵੈਦਿਕ ਏਜ ਜਾਂ ਅਰਲੀ ਵੈਦਿਕ ਸਿਵਲਾਈਜੇਸ਼ਨ ਕਿਹਾ ਜਾਂਦਾ ਹੈ। ਅਤੇ ਬਾਅਦ ਦੇ ਸਮੇਂ ਨੂੰ 1000 ਤੋਂ ਲੈ ਕੇ 500 ਈਸਵੀ ਪੂਰਵ ਦੇ ਸਮੇਂ ਨੂੰ ਉੱਤਰ ਵੈਦਿਕ ਕਾਲ, ਲੇਟਰ ਵੈਦਿਕ ਏਜ ਕਿਹਾ ਜਾਂਦਾ ਹੈ। 2 ਭਾਗਾਂ 'ਚ ਵੰਡਿਆ ਜਾਂਦਾ ਹੈ। ਜੋ ਪਹਿਲਾ ਹੈ ਉਸ ਨੂੰ ਵੈਦਿਕ, ਰਿਗਵੇਦਿਕ ਜਾਂ ਆਰੰਭਿਕ ਅਰਲੀ ਵੈਦਿਕ ਏਜ। ਜੋ ਉਸ ਤੋਂ ਬਾਅਦ ਹੈ ਉਸ ਨੂੰ ਉੱਤਰ ਵੈਦਿਕ ਕਾਲ ਜਾਂ ਲੇਟਰ ਵੈਦਿਕ ਏਜ ਕਿਹਾ ਜਾਂਦਾ ਹੈ। ਸਭ ਤੋਂ ਪੁਰਾਣੀ ਪੁਸਤਕ ਹੈ ਸਾਡੀ ਰਿਗਵੇਦ, ਜੋ ਸਾਡੇ ਗ੍ਰੰਥ ਨੇ ਇਹ 4 ਵੇਦ ਨੇ ਇਹ ਸੰਸਕ੍ਰਿਤ ਭਾਸ਼ਾ ਵਿੱਚ ਲਿਖੇ ਗਏ ਹਨ। ਵੈਦਿਕ ਸੱਭਿਅਤਾ ਦੇ ਲੋਕਾਂ ਨੂੰ ਆਮ ਤੌਰ 'ਤੇ ਆਰੀਆ ਕਿਹਾ ਜਾਂਦਾ ਹੈ। ਜੋ ਵੈਦਿਕ ਸੱਭਿਅਤਾ ਦੇ ਲੋਕ ਸੀ ਉਹਨਾਂ ਨੂੰ ਆਮ ਤੌਰ 'ਤੇ ਆਰੀਆ ਕਿਹਾ ਜਾਂਦਾ ਹੈ। ਆਰੀਆ ਦਾ ਅਰਥ ਹੈ ਸਰਬ ਉੱਤਮ, ਸਿੱਖਿਅਤ ਅਤੇ ਸੱਭਿਆ, 3 ਸੱਸੇ। ਸਰਬ ਉੱਤਮ, ਸਿੱਖਿਅਤ ਅਤੇ ਸੱਭਿਆ। ਸਰਬ ਉੱਤਮ ਹੁੰਦਾ ਨੋਬਲ, ਸਰਬ ਉੱਤਮ ਹੁੰਦਾ ਗਾ ਨੋਬਲ, ਸਿੱਖਿਅਤ ਹੁੰਦਾ ਗਾ ਐਜੂਕੇਟਡ, ਅਤੇ ਸੱਭਿਆ ਹੁੰਦਾ ਗਾ ਵੈਲ ਮੈਨਰਡ, ਜਿਹਨੂੰ ਪੂਰਾ ਮੈਨਰ ਹੋਵੇ। ਤਾਂ ਆਰੀਆ ਦਾ ਅਰਥ ਹੈ ਸਰਬ ਉੱਤਮ, ਸਿੱਖਿਅਤ ਅਤੇ ਸੱਭਿਆ, 3 ਸੱਸੇ। ਸਰਬ ਉੱਤਮ, ਸਿੱਖਿਅਤ ਅਤੇ ਸੱਭਿਅਤ, ਨੋਬਲ, ਐਜੂਕੇਟਡ ਐਂਡ ਵੈਲ ਮੈਨਰਡ। ਸ਼ੁਰੂ ਵਿੱਚ ਇਹ ਲੋਕ ਪੰਜਾਬ ਵਿੱਚ ਜਮਨਾ ਨਦੀ ਤੋਂ ਲੈ ਕੇ ਅਫਗਾਨਿਸਤਾਨ ਦੀ ਸੀਮਾ ਤੱਕ ਰਹਿੰਦੇ ਸਨ। ਅਸੀਂ ਪੜ੍ਹਿਆ ਹੈ ਕਿ ਜੋ ਸਿੰਧ ਘਾਟੀ ਸੱਭਿਅਤਾ ਦੇ ਲੋਕ ਸਨ, ਸਿੰਧ ਘਾਟੀ ਸੱਭਿਅਤਾ ਹੈ ਉਹ ਸਿੰਧ ਨਦੀ ਤੋਂ ਲੈ ਕੇ ਸਰਸਵਤੀ, ਵਰਤਮਾਨ ਘੱਗਰ ਤੱਕ ਉਹ ਫੈਲੀ ਹੋਈ ਸੀ। ਅਤੇ ਇਸ ਤੋਂ ਬਾਅਦ ਜੋ ਵੈਦਿਕ ਕਾਲ ਆਇਆ, ਜੋ ਆਰੀਆ ਲੋਕ ਆਏ, ਇਸ ਜਮਨਾ ਨਦੀ ਤੋਂ ਲੈ ਕੇ ਅਫਗਾਨਿਸਤਾਨ ਦੀ ਸੀਮਾ ਤੱਕ ਰਹਿੰਦੇ ਸਨ। ਬਾਅਦ ਵਿੱਚ ਇਹ ਲੋਕ ਪੂਰਬ ਅਤੇ ਦੱਖਣ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ ਫੈਲ ਗਏ।
ਬਾਅਦ ਦੇ ਵਿੱਚ ਇਹ ਲੋਕ ਪੂਰਬ ਅਤੇ ਦੱਖਣ ਵਿੱਚ ਗੰਗਾ ਨਦੀ ਦੇ ਮੈਦਾਨਾਂ ਵੱਲ ਵੀ ਫੈਲ ਗਏ ਸਨ। ਭਾਵ ਉੱਤਰ ਪ੍ਰਦੇਸ਼, ਬਿਹਾਰ ਦੇ ਖੇਤਰਾਂ ਵੱਲ ਇਹ ਫੈਲ ਗਏ ਸਨ। ਲੋਕ ਪੂਰਬ ਅਤੇ ਦੱਖਣ ਵਿੱਚ ਗੰਗਾ ਹੈ ਜੋ ਉੱਤਰ ਪ੍ਰਦੇਸ਼, ਬਿਹਾਰ ਵੱਲ ਵਗਦੀ ਹੈ। ਵੈਦਿਕ ਲੋਕਾਂ ਦੇ ਅਸਲੀ ਨਿਵਾਸ ਸਥਾਨ ਬਾਰੇ ਕੁਝ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਮੱਧ ਏਸ਼ੀਆ ਭਾਵ ਸੈਂਟਰਲ ਏਸ਼ੀਆ ਤੋਂ ਪੰਜਾਬ ਵਿੱਚ ਆਏ, ਜਦੋਂ ਕਿ ਦੂਸਰੇ ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਲੋਕ ਰੂਸ ਦੇ ਯੂਰਪੀ ਸੀਮਾਵਰਤੀ ਇਲਾਕਿਆਂ ਤੋਂ ਆਏ ਸਨ, ਭਾਵ ਰੂਸ ਦੇ ਕੋਲੋਂ ਆਏ ਸਨ। ਹੁਣ ਬਹੁਤ ਸਾਰੇ ਵਿਦਵਾਨ ਇਸ ਵਿਚਾਰ ਨੂੰ ਮੰਨਦੇ ਹਨ ਕਿ ਆਰੀਆ ਲੋਕ ਬਾਹਰੋਂ ਨਹੀਂ ਆਏ, ਸਗੋਂ ਪੰਜਾਬ ਦੇ ਹੀ ਮੂਲ ਨਿਵਾਸੀ ਸਨ, ਭਾਵ ਪੰਜਾਬ ਵਿੱਚ ਹੀ ਰਹਿੰਦੇ ਸਨ। ਨਾ ਤਾਂ ਵੀ ਇਹ ਮੱਧ ਏਸ਼ੀਆ ਤੋਂ ਆਏ, ਨਾ ਇਹ ਰੂਸ ਦੇ ਸੀਮਾਵਰਤੀ ਇਲਾਕਿਆਂ ਤੋਂ ਆਏ, ਪੰਜਾਬ ਦੇ ਹੀ ਮੂਲ ਨਿਵਾਸੀ ਸਨ। ਰਿਗਵੇਦ ਵਿੱਚ ਜੋ 7 ਨਦੀਆਂ ਸਿੰਧ, ਇੰਡਸ, ਅਸੀਂ ਪਹਿਲਾਂ ਇੰਡਸ ਵੈਲੀ ਬਾਰੇ ਪੜ੍ਹਿਆ ਹੈ, ਤਾਂ ਇੰਡਸ, ਸਿੰਧ, ਜਿਹਲਮ, ਜੋ ਜਿਹਲਮ ਹੈ ਉਸਦਾ ਜੋ ਵੈਦਿਕ ਨੇਮ ਹੈ ਉਹ ਹੈ ਬਿਤਸਤਾ। ਇਹ ਚੰਗੀ ਤਰ੍ਹਾਂ ਯਾਦ ਕਰਨਾ ਪਵੇਗਾ, ਇਹ ਪੇਪਰ ਦੇ ਵਿੱਚ ਆ ਜਾਂਦਾ ਹੈ। ਸਿੰਧ, ਜਿਹਲਮ ਦਾ ਵੈਦਿਕ ਨਾਮ ਹੈ ਬਿਤਸਤਾ। ਚਨਾਬ ਨੂੰ ਇਹ ਯਾਦ ਕਰਨਾ, ਚਨਾਬ ਦੇ ਵਿੱਚ 2 ਆਸ਼ਕ ਡੁੱਬ ਕੇ ਮਰੇ ਸਨ, ਸੋਹਣੀ ਮਹੀਵਾਲ, ਤਾਂ ਆਸ਼ਕ ਦੇ ਨਾਂ ਤੋਂ ਯਾਦ ਹੋ ਜਾਊਗਾ ਚਨਾਬ ਦਾ ਅਸ਼ਕਨੀ। ਰਾਵੀ ਦਾ ਵੈਦਿਕ ਨਾਮ ਹੈ ਪਰੂਸ਼ਨੀ। ਬਿਆਸ ਦਾ ਵਿਪਾਸ, ਸਤਲੁਜ ਦਾ ਸਤੁਦਰੀ, ਸਰਸਵਤੀ। ਇਹ 7 ਨਦੀਆਂ ਦੇ ਨਾਮ ਬਾਰੇ ਤਾਂ ਅਸੀਂ ਪਹਿਲਾਂ ਜੋ ਸਾਡਾ ਸਿੰਧ ਘਾਟੀ ਸੱਭਿਅਤਾ ਹੈ ਉਸ ਵਿੱਚ ਪੜ੍ਹ ਚੁੱਕੇ ਹਾਂ, ਅਤੇ ਫਿਰ ਅਸੀਂ ਦੇਖਿਆ ਸੀ ਕਿ ਸਿੰਧ ਘਾਟੀ ਸੱਭਿਅਤਾ ਦਾ ਜੋ ਪਤਨ ਸੀ ਉਹ ਸਰਸਵਤੀ ਨਦੀ ਦੇ ਸੁੱਕਣ ਕਰਕੇ ਹੋਇਆ ਸੀ। ਤਾਂ ਉਹ ਲੋਕ ਗੰਗਾ ਨਦੀ ਦੇ ਮੈਦਾਨਾਂ ਵੱਲ ਚਲੇ ਗਏ ਸਨ। ਤਾਂ 2 ਨਦੀਆਂ ਗੰਗਾ ਅਤੇ ਯਮੁਨਾ ਦਾ ਜ਼ਿਕਰ ਵੀ ਕੀਤਾ ਹੋਇਆ ਰਿਗਵੇਦ ਦੇ ਵਿੱਚ। ਤਾਂ ਰਿਗਵੇਦ ਦੇ ਵਿੱਚ ਕੁੱਲ 9 ਨਦੀਆਂ ਦਾ 7 ਨਦੀਆਂ ਤਾਂ ਸਿੰਧ ਘਾਟੀ ਸੱਭਿਅਤਾ ਵਾਲੀਆਂ ਅਤੇ 2 ਨਦੀਆਂ ਗੰਗਾ ਅਤੇ ਯਮੁਨਾ ਦਾ ਵਰਣਨ ਕੀਤਾ ਹੈ, ਤਾਂ ਕੁੱਲ ਨਦੀਆਂ ਹੋ ਗਈਆਂ 7। ਵੈਦਿਕ ਕਾਲ ਵਿੱਚ ਸਰਸਵਤੀ ਨਦੀ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਸੀ। ਆਮ ਤੌਰ 'ਤੇ ਜੇ ਕੁਐਸਚਨ ਆ ਜਾਂਦਾ ਵੀ ਕਿਹੜੀ ਨਦੀ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਸੀ, ਤਾਂ ਬੱਚੇ ਗੰਗਾ ਨਹੀਂ, ਤਾਂ ਵੈਦਿਕ ਕਾਲ ਦੇ ਵਿੱਚ ਸਰਸਵਤੀ ਨਦੀ ਨੂੰ ਸਭ ਤੋਂ ਪਵਿੱਤਰ ਮੋਸਟ ਸੈਕਰਡ ਰਿਵਰ ਮੰਨਿਆ ਜਾਂਦਾ ਸੀ। ਪੰਜਾਬ ਨੂੰ 7 ਨਦੀਆਂ ਦੇ ਨਾਂ 'ਤੇ ਸਪਤ ਸਿੰਧ ਜਾਂ 7 ਨਦੀਆਂ ਦਾ ਪ੍ਰਦੇਸ਼ ਕਿਹਾ ਜਾਂਦਾ ਸੀ, ਲੈਂਡ ਆਫ 7 ਰਿਵਰਸ। ਇੱਕ ਪ੍ਰੋਫੈਸਰ ਮੈਕਸਮੂਲਰ ਹੋਇਆ ਜੋ ਜਰਮਨ ਵਿਦਵਾਨ ਸੀ, ਉਸਨੇ ਸਾਰੀਆਂ ਭਾਸ਼ਾਵਾਂ ਦਾ ਅਧਿਐਨ ਕਰਨ ਪਿੱਛੋਂ ਕੁਝ ਸ਼ਬਦਾਂ ਨੂੰ ਦੇਖਿਆ, ਜੋ ਕੁਝ ਸ਼ਬਦ ਨੇ ਉਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਥੋੜ੍ਹੇ ਫਰਕ ਦੇ ਨਾਲ ਇੱਕੋ ਜਿਹੇ ਬੋਲੇ ਜਾਂਦੇ ਹਨ। ਤਾਂ ਉਸਨੇ ਵਿਚਾਰ ਦਿੱਤਾ ਕਿ ਇਹ ਰੋਮ ਦੀ ਵਾਸੀਆਂ, ਯੂਨਾਨੀਆਂ, ਜਰਮਨ ਲੋਕਾਂ ਦੇ ਵੱਡੇ ਵਡੇਰੇ ਜ਼ਰੂਰ ਹੀ ਇੱਕ ਸਥਾਨ 'ਤੇ ਰਹਿੰਦੇ ਹੋਣਗੇ। ਭਾਰਤੀ ਲੋਕਾਂ ਦੇ, ਯੂਰਪੀ ਲੋਕਾਂ ਦੇ, ਯੂਨਾਨੀ ਲੋਕਾਂ ਦੇ, ਜਰਮਨ ਲੋਕਾਂ ਦੇ, ਸਾਰੇ ਜੋ ਵੱਡੇ ਵਡੇਰੇ ਸਨ ਉਹ ਇੱਕ ਹੀ ਸਥਾਨ 'ਤੇ ਰਹਿੰਦੇ ਸਨ। ਉਸਨੇ ਕਈ ਭਾਸ਼ਾਵਾਂ ਦੇ ਕੁਝ ਸ਼ਬਦਾਂ ਨੂੰ ਲੈ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਵਿੱਚ ਕੋਈ ਖਾਸ ਫਰਕ ਨਹੀਂ ਸੀ। ਉਸ ਦੇ ਵਿਚਾਰ ਅਨੁਸਾਰ ਆਰੀਆ ਲੋਕ ਸ਼ੁਰੂ ਵਿੱਚ ਮੱਧ ਏਸ਼ੀਆ, ਸੈਂਟਰਲ ਏਸ਼ੀਆ ਵਿੱਚ ਰਹਿਣ ਵਾਲੇ ਸਨ, ਜਿੱਥੋਂ ਉਹ ਭਾਰਤ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਫੈਲ ਗਏ। ਤਾਂ ਪ੍ਰੋਫੈਸਰ ਮੈਕਸਮੂਲਰ ਜੋ ਕਿ ਇੱਕ ਜਰਮਨ ਵਿਦਵਾਨ ਹੈ, ਉਸ ਦੇ ਅਨੁਸਾਰ ਇਹ ਲੋਕ ਸਭ ਤੋਂ ਪਹਿਲਾਂ ਮੱਧ ਏਸ਼ੀਆ ਵਿੱਚ ਰਹਿੰਦੇ ਸਨ। ਇਹ ਆਰੀਆ ਲੋਕ ਮੱਧ ਏਸ਼ੀਆ ਵਿੱਚ ਰਹਿੰਦੇ ਸਨ, ਉੱਥੋਂ ਭਾਰਤ ਅਤੇ ਯੂਰਪ ਦੇ ਹੋਰ ਦੇਸ਼ਾਂ ਵਿੱਚ ਫੈਲ ਗਏ। ਰਾਜਨੀਤਿਕ ਜੀਵਨ, ਪੋਲੀਟੀਕਲ ਲਾਈਫ। ਆਰੰਭਿਕ ਵੈਦਿਕ ਕਾਲ ਵਿੱਚ ਬਹੁਤ ਸਾਰੇ ਛੋਟੇ ਕਬੀਲੇ ਰਾਜ ਕਰਦੇ ਸਨ। ਦੇਖੋ ਪਹਿਲਾਂ ਪਰਿਵਾਰ ਤੋਂ ਫਿਰ ਕਈ ਪਰਿਵਾਰ ਜੁੜ ਜਾਂਦੇ ਨੇ, ਉੱਥੋਂ ਕਬੀਲਾ ਬਣ ਜਾਂਦਾ। ਤਾਂ ਪਹਿਲਾਂ ਛੋਟੇ ਕਬੀਲੇ ਸਨ, ਜਿਵੇਂ ਅਨੂ, ਜਦੂ, ਪੁਰੂ, ਭਾਰਤ, ਇਹ ਸਾਰੇ ਛੋਟੇ ਕਬੀਲੇ ਸਨ। ਬਾਅਦ ਵਿੱਚ ਕੁਰੂ, ਪੰਚਾਲ, ਪਦੇ ਵੱਡੇ ਰਾਜ ਹੋਂਦ ਵਿੱਚ ਆਏ। ਰਾਜਾ ਆਪਣੇ ਰਾਜ ਦਾ ਮੁਖੀਆ ਹੁੰਦਾ ਸੀ, ਇਸ ਲਈ ਰਾਜੇ ਦਾ ਪੁੱਤਰ ਹੀ ਉਸ ਦਾ ਉੱਤਰਾਧਿਕਾਰੀ ਹੁੰਦਾ ਸੀ। ਰਾਜੇ ਦਾ ਪੁੱਤਰ ਹੀ ਉਸ ਤੋਂ ਬਾਅਦ ਰਾਜਾ ਬਣਦਾ ਸੀ। ਰਾਜੇ ਨੂੰ ਰਾਜਨ ਕਿਹਾ ਜਾਂਦਾ ਸੀ, ਜੋ ਰਾਜਾ ਸੀ ਉਸ ਨੂੰ ਰਾਜਨ ਕਿਹਾ ਜਾਂਦਾ ਸੀ, ਸਮਰਾਟ।
ਵਧੇਰੇ ਸ਼ਕਤੀਸ਼ਾਲੀ ਰਾਜਿਆਂ ਨੂੰ ਸਮਰਾਟ ਕਿਹਾ ਜਾਂਦਾ ਸੀ। ਜੋ ਜ਼ਿਆਦਾ ਸ਼ਕਤੀਸ਼ਾਲੀ ਹੁੰਦੇ ਸਨ ਉਹਨਾਂ ਨੂੰ ਸੀ ਸਮਰਾਟ ਕਿਹਾ ਜਾਂਦਾ ਸੀ। ਰਾਜੇ ਦੀ ਪ੍ਰਜਾ ਦੁਆਰਾ ਚੋਣ ਕਰਨ ਸੰਬੰਧੀ ਕੁਝ ਉਦਾਹਰਨਾਂ ਮਿਲੀਆਂ ਹਨ। ਰਿਪਬਲਿਕ, ਗਣਤੰਤਰ, ਭਾਵ ਕਈ ਥਾਂ 'ਤੇ ਰਾਜਿਆਂ ਦੀ ਚੋਣ ਲੋਕਾਂ ਦੁਆਰਾ ਕੀਤੀ ਜਾਂਦੀ ਸੀ। ਜਿਵੇਂ ਸਾਡੇ ਭਾਰਤ ਦਾ ਜੋ ਮੁਖੀਆ ਹੈ ਉਹ ਰਾਸ਼ਟਰਪਤੀ ਹੈ, ਤਾਂ ਰਾਸ਼ਟਰਪਤੀ ਦੀ ਚੋਣ ਅਪ੍ਰਤੱਖ ਰੂਪ ਵਿੱਚ ਲੋਕਾਂ ਦੁਆਰਾ ਕੀਤੀ ਜਾਂਦੀ ਹੈ ਨਿਸ਼ਚਿਤ ਸਮੇਂ ਲਈ 5 ਸਾਲ ਦੇ ਲਈ। ਤਾਂ ਕਈ ਜਗ੍ਹਾ 'ਤੇ ਰਾਜੇ ਦੀ ਚੋਣ ਵੀ ਪ੍ਰਜਾ ਹੁੰਦਾ ਲੋਕਾਂ ਦੁਆਰਾ ਰਾਜੇ ਦੀ ਚੋਣ ਕਰਨ 'ਤੇ ਉਦਾਹਰਨ ਵੀ ਮਿਲਦੇ ਹਨ। ਪਰੰਤੂ ਉਸ ਸਮੇਂ ਰਾਜਤੰਤਰ ਹੁੰਦਾ ਗਾ ਮੋਨਾਰਕੀਅਲ। ਰਾਜਤੰਤਰ ਪ੍ਰਣਾਲੀ ਭਾਵ ਰਾਜਾ, ਉਸ ਤੋਂ ਅੱਗੇ ਉਸ ਦਾ ਪੁੱਤ, ਉਸ ਤੋਂ ਅੱਗੇ ਉਸ ਦੀ ਔਲਾਦ। ਰਾਜਤੰਤਰ ਪ੍ਰਣਾਲੀ ਹੀ ਲਾਗੂ ਸੀ। ਸ਼ਾਇਦ ਆਧੁਨਿਕ ਸੰਸਦ, ਮੋਡਰਨ ਪਾਰਲੀਮੈਂਟ, ਜਿਵੇਂ ਸਾਡੀ ਪਾਰਲੀਮੈਂਟ ਹੈ ਉਸਦੇ ਦੋ ਸਦਨ ਨੇ, ਲੋਕ ਸਭਾ ਅਤੇ ਰਾਜ ਸਭਾ। ਇਸੇ ਤਰ੍ਹਾਂ ਰਾਜੇ ਦੀ ਸਹਾਇਤਾ ਕਰਨ ਲਈ 2 ਸੰਸਥਾਵਾਂ ਸਨ ਜਿਨ੍ਹਾਂ ਨੂੰ ਸਭਾ ਅਤੇ ਸਮਿਤੀ ਕਿਹਾ ਜਾਂਦਾ ਸੀ। ਜਿਵੇਂ ਅੱਜ ਕੱਲ੍ਹ ਅਸੀਂ ਰਾਜ ਸਭਾ ਅਤੇ ਲੋਕ ਸਭਾ ਕਹਿੰਦੇ ਹਾਂ, ਉਸ ਤਰ੍ਹਾਂ ਪਾਰਲੀਮੈਂਟ ਦੀ ਤਰ੍ਹਾਂ 2 ਸੰਸਥਾਵਾਂ ਸਨ, 2 ਬੋਡੀਜ਼ ਸਨ, ਸਭਾ ਐਂਡ ਸਮਿਤੀ। ਰਾਜੇ ਦੀ ਸਹਾਇਤਾ ਕਰਨ ਲਈ ਬਹੁਤ ਸਾਰੇ ਅਧਿਕਾਰੀ ਹੁੰਦੇ ਸਨ। ਜਿਵੇਂ ਪੁਰੋਹਿਤ, ਜੋ ਪੁਰੋਹਿਤ ਦੀ ਉਸਦਾ ਕੰਮ ਕੀ ਸੀਗਾ, ਮੁੱਖ ਸਲਾਹਕਾਰ ਚੀਫ ਕਾਉਂਸਲਰ ਅਤੇ ਧਾਰਮਿਕ ਕੰਮ ਕਰਨ ਵਾਲਾ, ਐਂਡ ਆਲਸੋ ਇੰਚਾਰਜ ਆਫ ਰਿਲੀਜੀਅਸ ਅਫੇਅਰਸ। ਪਹਿਲਾਂ ਤਾਂ ਉਹਦਾ ਚੀਫ ਕਾਉਂਸਲਰ ਸੀ, ਮੁੱਖ ਸਲਾਹਕਾਰ ਸੀਗਾ, ਚੀਫ ਐਡਵਾਈਜ਼ਰ ਕਹਿ ਸਕਦੇ ਹਾਂ ਅਤੇ ਚੀਫ ਕਾਉਂਸਲਰ ਕਹਿ ਸਕਦੇ ਹਾਂ। ਅਤੇ ਐਂਡ ਆਲਸੋ ਇੰਚਾਰਜ ਆਫ ਰਿਲੀਜੀਅਸ ਅਫੇਅਰਸ ਅਤੇ ਧਾਰਮਿਕ ਕੰਮ ਕਰਨ ਵਾਲਾ। ਸੈਨਾ ਦਾ ਮੁਖੀਆ, ਕਮਾਂਡਰ ਇਨ ਚੀਫ ਆਫ ਦਾ ਆਰਮੀ। ਗ੍ਰਾਮਣੀ, ਪਿੰਡ ਦਾ ਮੁਖੀਆ, ਹੈੱਡ ਆਫ ਵਿਲੇਜ। ਇਹ ਸਾਰੇ ਰਾਜੇ ਦੀ ਮਦਦ ਕਰਦੇ ਸਨ। ਜਿਵੇਂ ਵਰਤਮਾਨ ਸਮੇਂ ਸੈਨਾ ਦਾ ਮੁਖੀ ਹੁੰਦਾ ਹੈ ਅਤੇ ਪਿੰਡ ਦਾ ਮੁਖੀਆ ਸਰਪੰਚ ਹੁੰਦਾ ਹੈ। ਉਸ ਸਮੇਂ ਪਿੰਡ ਦੇ ਮੁਖੀਏ ਨੂੰ ਗ੍ਰਾਮਣੀ ਕਹਿੰਦੇ ਸਨ, ਸੈਨਾ ਦੇ ਮੁਖੀ ਨੂੰ ਸੈਨਾਨੀ ਕਹਿੰਦੇ ਸਨ। ਅਤੇ ਬ੍ਰਾਹਮਣ ਦਾ ਕੰਮ ਕੀ ਹੁੰਦਾ ਸੀ, ਰਾਜੇ ਦਾ ਮੁੱਖ ਸਲਾਹਕਾਰ ਹੁੰਦਾ ਸੀ ਅਤੇ ਧਾਰਮਿਕ ਕੰਮ ਕਰਨ ਦਾ ਵੀ ਉਹ ਇੰਚਾਰਜ ਹੁੰਦਾ ਸੀ। ਸਮਾਜਿਕ ਜੀਵਨ, ਸੋਸ਼ਲ ਲਾਈਫ। ਪ੍ਰਾਚੀਨ ਕਾਲ ਵਿੱਚ ਸਮਾਜ 4 ਭਾਗਾਂ ਵਿੱਚ ਵੰਡਿਆ ਹੋਇਆ ਸੀ, ਜਿਨ੍ਹਾਂ ਨੂੰ ਵਰਨ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ। ਚਾਰੇ ਵਰਨ ਕੰਮ ਦੇ ਆਧਾਰ 'ਤੇ ਸਨ, ਬੇਸਡ ਔਨ ਵਰਕ ਸਨ, ਭਾਵ ਕੰਮ ਦੇ ਆਧਾਰ 'ਤੇ ਇਹਨਾਂ ਦੀ ਵੰਡ ਕੀਤੀ ਗਈ ਸੀ 4 ਵਰਨਾਂ ਦੇ ਵਿੱਚ, ਨਾ ਕਿ ਜਨਮ ਦੇ ਆਧਾਰ 'ਤੇ ਜਾਂ ਧਰਮ ਦੇ ਆਧਾਰ 'ਤੇ ਜਾਂ ਜਾਤੀ ਦੇ ਆਧਾਰ 'ਤੇ। ਸ਼ੁਰੂ ਵਿੱਚ ਇਹ ਕੰਮ ਦੇ ਆਧਾਰ 'ਤੇ ਹੁੰਦਾ ਸੀ। ਜੋ ਬ੍ਰਾਹਮਣਾਂ ਵਾਲੇ ਕੰਮ ਕਰਦਾ ਸੀ ਉਸ ਨੂੰ ਬ੍ਰਾਹਮਣ, ਅਤੇ ਖੱਤਰੀ, ਕਿਸਾਨ ਅਤੇ ਵਪਾਰੀ ਕੰਮ ਦੇ ਆਧਾਰ 'ਤੇ ਸਨ, ਨਾ ਕਿ ਜਨਮ ਦੇ ਆਧਾਰ 'ਤੇ। ਬਾਅਦ ਦੇ ਵਿੱਚ ਇਹ ਜਨਮ ਦੇ ਆਧਾਰ 'ਤੇ ਹੋ ਗਏ ਸਨ। ਬ੍ਰਾਹਮਣ ਦਾ ਕੰਮ ਕੀ ਸੀਗਾ, ਪੜ੍ਹਨਾ, ਪੜ੍ਹਾਉਣਾ, ਧਾਰਮਿਕ ਕੰਮ। ਪੜ੍ਹਨਾ ਸੀ, ਪੜ੍ਹਾਉਣਾ ਸੀ ਅਤੇ ਧਾਰਮਿਕ ਕੰਮ। ਟੂ ਸਟੱਡੀ, ਟੀਚਿੰਗ ਐਂਡ ਧਾਰਮਿਕ ਕੰਮ। ਖੱਤਰੀ ਯੋਧਾ ਵਰਗ, ਲੜਾਈ ਕਰਨ ਵਾਲੇ। ਕਿਸਾਨ ਅਤੇ ਵਪਾਰੀ ਵੈਸ਼ ਵਰਗ ਨਾਲ। ਦਾ ਐਗਰੀਕਲਚਰਿਸਟ ਐਂਡ ਟਰੇਡਰਸ ਵਰ ਕਾਲਡ ਦਾ ਵੈਸ਼ਿਅਸ। ਸ਼ੂਦਰ ਦਾਸ ਵਰਗ ਨਾਲ ਸੰਬੰਧ ਰੱਖਦੇ ਸਨ। ਦਾ ਸ਼ੂਦਰਸ ਫਾਰਮਡ ਦਾ ਸਰਵਾਈਲ ਕਲਾਸ। ਸ਼ੁਰੂ ਵਿੱਚ ਜਾਤੀ ਪ੍ਰਥਾ ਕਠੋਰ ਨਹੀਂ ਸੀ ਕਿਉਂਕਿ ਇਹ ਕੰਮ 'ਤੇ ਆਧਾਰਿਤ ਸੀ, ਪਰੰਤੂ ਬਾਅਦ ਵਿੱਚ ਵੰਸ਼ਗਤ ਹੁੰਦਾ ਗਾ, ਹੈਰੀਡਿਟਰੀ, ਭਾਵ ਜਿਸ ਦਾ ਜਨਮ ਬ੍ਰਾਹਮਣ ਦੇ ਘਰ ਹੋਵੇਗਾ ਉਹ ਬ੍ਰਾਹਮਣ ਵਾਲੇ ਕੰਮ ਕਰੇਗਾ, ਜਿਸ ਦਾ ਘਰ ਇੱਕ ਕਿਸਾਨ ਦੇ ਘਰ ਹੋਵੇਗਾ ਜਨਮ, ਉਹ ਕਿਸਾਨਾਂ ਵਾਲੇ ਕੰਮ ਕਰੇਗਾ, ਜਿਸ ਦਾ ਜਨਮ ਸ਼ੂਦਰ ਦੇ ਘਰੇ ਹੋਇਆ ਉਹ ਸ਼ੂਦਰਾਂ ਵਾਲੇ ਕੰਮ ਕਰੇਗਾ। ਭਾਵ ਬਾਅਦ ਦੇ ਵਿੱਚ ਇਹ ਜਨਮ ਦੇ ਆਧਾਰਿਤ ਹੋ ਗਈ ਸੀ, ਇਹ ਵੰਸ਼ਗਤ ਹੋ ਗਈ। ਵੰਸ਼ ਹੁੰਦਾ ਸਾਡੀ ਕੁੱਲ ਵੰਸ਼ ਦੇ। ਜੋ ਬ੍ਰਾਹਮਣ ਦੇ ਘਰੇ ਜਨਮ ਹੋਇਆ ਬ੍ਰਾਹਮਣਾਂ ਵਾਲੇ ਕੰਮ, ਉਹ ਖੱਤਰੀ ਵਾਲੇ ਕੰਮ ਨਹੀਂ ਕਰਦਾ ਸੀ, ਭਾਵ ਉਹ ਸ਼ੂਦਰਾਂ ਵਾਲੇ ਕੰਮ ਨਹੀਂ ਕਰਦਾ ਸੀ। ਜੋ ਪਹਿਲਾਂ ਕੰਮ 'ਤੇ ਆਧਾਰਿਤ ਸੀ ਉਹ ਹੁਣ ਜਨਮ ਦੇ ਆਧਾਰ 'ਤੇ ਹੋ ਗਈ ਸੀ। ਆਮ ਤੌਰ 'ਤੇ ਲੋਕ ਪਿੰਡਾਂ ਵਿੱਚ ਰਹਿੰਦੇ ਸਨ। ਜਿਵੇਂ ਇੰਡਸ ਵੈਲੀ, ਸਿੰਧ ਘਾਟੀ ਸੱਭਿਅਤਾ ਦੇ ਲੋਕ ਇੱਕ ਸ਼ਹਿਰੀ ਸੱਭਿਅਤਾ ਸੀ, ਤਾਂ ਜੋ ਵੈਦਿਕ ਕਾਲ ਹੈ ਇਹ ਇੱਕ ਪਿੰਡਾਂ ਵਿੱਚ ਰਹਿੰਦੇ ਸਨ। ਭਾਵੇਂ ਕਿਲ੍ਹੇਬੰਦੀ ਨਗਰਾਂ ਦਾ ਵੀ ਵਰਣਨ ਮਿਲਦਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਵੈਦਿਕ ਕਾਲ ਵਿੱਚ ਵਿਸ਼ਾਲ ਨਗਰ ਵੀ, ਜੋ ਰਾਜੇ ਸਨ ਉਹ ਆਪਣੇ ਸਾਰੇ ਨਗਰਾਂ ਨੂੰ ਕਿਲ੍ਹੇਬੰਦ ਵੀ ਕਰ ਲੈਂਦੇ ਸਨ, ਪਰ ਆਮ ਤੌਰ 'ਤੇ ਇਹ ਪੇਂਡੂ ਸੱਭਿਅਤਾ ਸੀ ਜੋ ਵੈਦਿਕ ਸੱਭਿਅਤਾ ਹੋਈ ਆ। ਪਰਿਵਾਰ ਸਮਾਜ ਦੀ ਸਭ ਤੋਂ ਛੋਟੀ ਇਕਾਈ ਸੀ। ਫੈਮਿਲੀ ਵਾਜ਼ ਦਾ ਲੋਐਸਟ ਯੂਨਿਟ ਆਫ ਦਾ ਸੋਸਾਇਟੀ।
ਮਾਤਾ ਪਿਤਾ, ਬੱਚੇ, ਭੈਣ ਭਰਾ ਆਮ ਤੌਰ 'ਤੇ ਸਾਰੇ ਇਕੱਠੇ ਰਹਿੰਦੇ ਸਨ। ਉਮਰ ਵਿੱਚ ਸਭ ਤੋਂ ਵੱਡਾ ਮਰਦ, ਜੋ ਉਮਰ ਵਿੱਚ ਸਭ ਤੋਂ ਵੱਡਾ ਹੁੰਦਾ ਸੀ ਮਰਦ, ਉਹ ਪਰਿਵਾਰ ਦਾ ਮੁਖੀਆ ਹੁੰਦਾ ਸੀ। ਵੈਦਿਕ ਕਾਲ ਵਿੱਚ ਇਸਤਰੀਆਂ ਨੂੰ ਸਮਾਜ ਵਿੱਚ ਬਹੁਤ ਸਤਿਕਾਰ ਅਤੇ ਆਜ਼ਾਦੀ ਪ੍ਰਾਪਤ ਸੀ। ਜਿਸ ਤਰ੍ਹਾਂ ਅੱਜ ਕੱਲ੍ਹ ਇਸਤਰੀਆਂ ਨੂੰ ਆਜ਼ਾਦੀ ਹੈ, ਉਸ ਤਰ੍ਹਾਂ ਵੈਦਿਕ ਕਾਲ ਵਿੱਚ ਸੀ। ਉਹ ਪੜ੍ਹੀਆਂ ਲਿਖੀਆਂ ਹੁੰਦੀਆਂ ਸਨ ਅਤੇ ਆਪਣੀ ਇੱਛਾ ਅਨੁਸਾਰ ਵਿਆਹ ਕਰਵਾ ਸਕਦੀਆਂ ਸਨ। ਉਹ ਸਾਰੇ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਹਿੱਸਾ ਲੈਂਦੀਆਂ ਸਨ। ਸਾਨੂੰ ਵੱਖ-ਵੱਖ ਕਿੱਤਿਆਂ ਵਿੱਚ ਕੰਮ ਕਰਦੀਆਂ ਇਸਤਰੀਆਂ ਦੇ ਬਹੁਤ ਸਾਰੇ ਵਰਣਨ ਮਿਲੇ ਹਨ, ਜਿਵੇਂ ਅਪਲਾ, ਕੋਸ਼ਾ ਅਤੇ ਵਿਸ਼ਵਾਰਾ। ਇਹ ਵੈਦਿਕ ਕਾਲ ਦੀਆਂ ਕੁਝ ਪ੍ਰਸਿੱਧ ਇਸਤਰੀਆਂ ਦੇ ਨਾਂ ਨੇ। ਅਪਲਾ, ਕੋਸ਼ਾ ਅਤੇ ਵਿਸ਼ਵਾਰਾ ਇਹ ਵੈਦਿਕ ਕਾਲ ਦੀਆਂ ਕੁਝ ਪ੍ਰਸਿੱਧ ਇਸਤਰੀਆਂ ਹਨ। ਵੈਦਿਕ ਲੋਕਾਂ ਦਾ ਮੁੱਖ ਭੋਜਨ ਕਣਕ, ਚਾਵਲ ਅਤੇ ਦਾਲਾਂ ਸਨ। ਜਿਸ ਤਰ੍ਹਾਂ ਅਸੀਂ ਖਾਂਦੇ ਹਾਂ, ਇਸ ਤਰ੍ਹਾਂ ਇਹ ਖਾਂਦੇ ਸਨ। ਉਹ ਫਲ ਅਤੇ ਸਬਜ਼ੀਆਂ ਤੋਂ ਇਲਾਵਾ ਦੁੱਧ, ਮੱਖਣ ਅਤੇ ਘਿਓ ਦੀ ਵਰਤੋਂ ਕਰਦੇ ਸਨ। ਲੋਕ ਮਾਸ ਵੀ ਖਾਂਦੇ ਸਨ। ਉਹ ਖਾਸ ਉਤਸਵ ਦੇ ਮੌਕੇ 'ਤੇ ਸੋਮਰਸ ਇੱਕ ਦਰਖਤ ਤੋਂ ਬਣਦਾ, ਜਿਸ ਨੂੰ ਅੱਜ ਕੱਲ੍ਹ ਅਸੀਂ ਭੰਗ ਕਹਿੰਦੇ ਹਾਂ। ਖਾਸ ਮੌਕਿਆਂ 'ਤੇ ਪੀਂਦੇ ਸਨ। ਕੁਝ ਲੋਕ ਸ਼ਰਾਬ ਵੀ ਪੀਂਦੇ ਸਨ, ਪਰ ਸ਼ਰਾਬ ਨੂੰ ਕਹਿੰਦੇ ਸੁਰਾ, ਅਤੇ ਸੁਰਾ ਨੂੰ ਪੀਣਾ ਸਮਾਜ ਵਿੱਚ ਚੰਗਾ ਨਹੀਂ ਸਮਝਿਆ ਜਾਂਦਾ ਸੀ। ਵੈਦਿਕ ਲੋਕ ਖੇਡਾਂ ਦੇ ਬਹੁਤ ਸ਼ੌਕੀਨ ਸਨ। ਉਹ ਰੱਥ ਦੌੜ, ਘੋੜਸਵਾਰੀ, ਸ਼ਿਕਾਰ ਆਦਿ ਉਹਨਾਂ ਦੀਆਂ ਹਰਮਨ ਪਿਆਰੀਆਂ ਖੇਡਾਂ ਸਨ। ਨੱਚਣਾ, ਗਾਉਣਾ, ਚੌਪਟ ਆਦਿ ਵੀ ਮਨੋਰੰਜਨ ਦੇ ਹਰਮਨ ਪਿਆਰੇ ਸਾਧਨ ਸਨ। ਆਰਥਿਕ ਜੀਵਨ, ਇਕਨੋਮਿਕ ਲਾਈਫ। ਵੈਦਿਕ ਲੋਕ ਪ੍ਰਸਿੱਧ ਯੋਧੇ ਸਨ, ਕਿਉਂਕਿ ਇਹ ਆਪਣੇ ਆਪ ਨੂੰ ਯੋਧੇ ਸਮਝਦੇ ਸਨ, ਤਾਂ ਯੁੱਧਾਂ ਵਿੱਚ ਭਾਗ ਲੈਣਾ ਉਹਨਾਂ ਦਾ ਮੁੱਖ ਕਿੱਤਾ ਸੀ। ਕਿਉਂਕਿ ਯੁੱਧਾਂ ਵਿੱਚ ਜੋ ਲੁੱਟਮਾਰ ਹੁੰਦੀ ਸੀ, ਉਹ ਵੀ ਇਹਨਾਂ ਦੀ ਆਮਦਨ ਦਾ ਇੱਕ ਮੇਨ ਸੋਰਸ ਸੀ। ਪਰੰਤੂ ਆਰਥਿਕ ਜੀਵਨ ਵਿੱਚ ਖੇਤੀਬਾੜੀ, ਪਸ਼ੂ ਪਾਲਣ, ਉਦਯੋਗਿਕ ਧੰਦੇ ਅਤੇ ਵਪਾਰ ਉਹਨਾਂ ਦੇ ਮੁੱਖ ਕਿੱਤੇ ਸਨ। The Vedic people were good warriors, ਯੋਧੇ ਸਨ, and warfare and ਯੁੱਧ was one of their main occupation, ਉਹਨਾਂ ਦਾ ਮੇਨ ਕਿੱਤਾ ਸੀ। ਖੇਤਾਂ ਵਿੱਚ ਦਾਲਾਂ ਅਤੇ ਸਬਜ਼ੀਆਂ ਵੀ ਉਗਾਈਆਂ ਜਾਂਦੀਆਂ ਸਨ। ਪਾਲਤੂ ਜਾਨਵਰਾਂ ਵਿੱਚ ਗਾਂ, ਘੋੜਾ, ਭੇਡ, ਬੱਕਰੀ, ਖੋਤਾ ਆਦਿ ਪਾਲੇ ਜਾਂਦੇ ਸਨ। ਪਰੰਤੂ ਗਊ ਸਭ ਤੋਂ ਮਹੱਤਵਪੂਰਨ ਪਸ਼ੂ ਸੀ। ਕਈ ਵਾਰ ਵਸਤਾਂ ਦੀ ਕੀਮਤਾਂ ਗਊਆਂ ਦੀ ਸੰਖਿਆ ਦੁਆਰਾ ਨਿਰਧਾਰਤ ਕੀਤੀ ਜਾਂਦੀ ਸੀ। ਕਿਹਾ ਜਾਂਦਾ ਵੀ ਜਿਸ ਦੇ ਕੋਲ ਜਿੰਨੀਆਂ ਜ਼ਿਆਦਾ ਗਊਆਂ, ਉਸ ਨੂੰ ਓਨਾ ਜ਼ਿਆਦਾ ਅਮੀਰ ਸਮਝਿਆ ਜਾਂਦਾ ਸੀ। ਸ਼ਾਇਦ ਉਸ ਸਮੇਂ ਸਿੱਕਿਆਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਸੀ। ਵਪਾਰ ਵਿੱਚ ਵਸਤਾਂ ਦੀ ਵਟਾਂਦਰਾ ਪ੍ਰਣਾਲੀ, ਵਾਟਰ ਸਿਸਟਮ ਪ੍ਰਚਲਿਤ ਸੀ, ਕਿਉਂਕਿ ਉਸ ਸਮੇਂ ਵੈਦਿਕ ਕਾਲ ਦੇ ਵਿੱਚ ਸਿੱਕੇ ਨਹੀਂ ਪ੍ਰਚਲਿਤ ਸਨ। ਭਾਵ ਜੋ ਵਸਤਾਂ ਦਾ ਮੁੱਲ ਹੁੰਦਾ ਸੀ, ਉਹ ਵਟਾਂਦਰਾ ਪ੍ਰਣਾਲੀ। ਕਹਿਣ ਦਾ ਭਾਵ, ਮੰਨ ਲਓ ਇੱਕ ਲੁਹਾਰ ਨੇ ਕਿਸੇ ਦਾ ਕੰਮ ਕੀਤਾ, ਤਾਂ ਉਸ ਦੇ ਬਦਲੇ ਉਸ ਨੂੰ ਕੋਈ ਦਾਲ, ਆਟਾ ਜਾਂ ਕੁਝ ਵੀ ਦਿੱਤਾ ਜਾਂਦਾ ਸੀ। ਵਟਾਂਦਰਾ ਪ੍ਰਣਾਲੀ ਆਪਸ ਦੇ ਵਿੱਚ ਪ੍ਰਚਲਿਤ ਸੀ। ਲੁਹਾਰ, ਰੱਥਕਾਰ, ਤਰਖਾਣ, ਜਲਾਹੇ, ਘੁਮਿਆਰ ਆਦਿ ਕਾਰੀਗਰ ਵੈਦਿਕ ਆਰਥਿਕ ਜੀਵਨ ਦੇ ਮਹੱਤਵਪੂਰਨ ਅੰਗ ਸਨ। ਉਹਨਾਂ ਦਾ ਕੰਮ ਦੀ ਸਮਰੱਥਾ ਅਨੁਸਾਰ ਆਦਰ ਮਾਣ ਕੀਤਾ ਜਾਂਦਾ ਸੀ। ਸਮਾਜ ਆਪਣੀਆਂ ਰੋਜ਼ਾਨਾ ਜ਼ਰੂਰਤਾਂ ਲਈ ਉਹਨਾਂ 'ਤੇ ਨਿਰਭਰ ਕਰਦਾ ਸੀ। ਵਪਾਰ, ਥਲ ਮਾਰਗ ਦੁਆਰਾ, ਭਾਵ ਜੋ ਵਪਾਰ ਹੈ ਉਹ ਥਲ ਮਾਰਗ, ਔਨ ਰੋਡ ਅਤੇ ਨਦੀਆਂ, ਰਿਵਰਜ਼, ਸਮੁੰਦਰਾਂ ਵਿੱਚ ਕਿਸ਼ਤੀਆਂ ਅਤੇ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਸੀ। ਭਾਵ ਵਾਟਰਵੇ ਐਂਡ ਔਨ ਰੋਡ ਦੋਨੇ ਤਰ੍ਹਾਂ ਵਪਾਰ ਕਰਦੇ ਸਨ। ਨਦੀਆਂ ਰਾਹੀਂ ਵੀ ਕਰਦੇ ਸਨ ਅਤੇ ਥਲ ਮਾਰਗ ਰਾਹੀਂ ਵੀ ਕਰਦੇ ਸਨ। ਧਾਰਮਿਕ ਜੀਵਨ। ਵੈਦਿਕ ਲੋਕਾਂ ਦੇ ਧਾਰਮਿਕ ਵਿਸ਼ਵਾਸ ਬਹੁਤ ਸਾਦੇ ਸਨ। ਉਹ ਕੁਦਰਤ ਦੀ ਪੂਜਾ ਕਰਦੇ ਸਨ, ਭਾਵ ਉਹ ਮੂਰਤੀ ਪੂਜਾ ਨਹੀਂ ਕਰਦੇ ਸਨ। ਉਹ ਕੁਦਰਤ ਦੀ ਖੁੱਲ੍ਹੇ ਵਿੱਚ ਪੂਜਾ ਕਰਦੇ ਸਨ। ਜਿਨ੍ਹਾਂ ਕੋਲ ਉਹਨਾਂ ਨੂੰ ਡਰ ਲੱਗਦਾ ਸੀ, ਉਹ ਉਸ ਦੀ ਪੂਜਾ ਕਰਦੇ ਸਨ। ਹਵਾ, ਪਾਣੀ, ਮਿੱਟੀ, ਕੁਦਰਤੀ ਦੇਵੀ ਦੇਵਤਿਆਂ ਦੀ ਪ੍ਰਸ਼ੰਸਾ ਵਿੱਚ ਮੰਤਰ ਲਿਖ ਕੇ ਉਹਨਾਂ ਦਾ ਉਚਾਰਨ ਕਰਦੇ ਅਤੇ ਜੱਗ ਦੁਆਰਾ ਉਹਨਾਂ ਨੂੰ ਆਹੂਤੀਆਂ ਦਿੰਦੇ ਸਨ। ਉਹਨਾਂ ਦੇ ਆਸ-ਪਾਸ ਦੀਆਂ ਕਈ ਕੁਦਰਤੀ ਸ਼ਕਤੀਆਂ ਵੀ ਉਹਨਾਂ ਦੇ ਦੇਵਤੇ ਸਨ। ਇਹਨਾਂ ਨੂੰ 3 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਪ੍ਰਿਥਵੀ ਦੇ ਦੇਵਤੇ, ਜੋ ਧਰਤੀ ਦੇ, ਪ੍ਰਿਥਵੀ, ਅੱਗ, ਸੋਮ। ਸੋਮ ਏ ਸਪੈਸ਼ਲ ਪਲਾਂਟ whose juice was used ਐਜ਼ ਏ ਡਰਿੰਕ। ਇੱਕ ਵਿਸ਼ੇਸ਼ ਕਿਸਮ ਦਾ ਪੌਦਾ ਜਿਸ ਦਾ ਜੂਸ
ਰਸ ਕੱਢ ਕੇ ਖਾਸ ਮੌਕਿਆਂ 'ਤੇ ਖਾਸ ਉਤਸਵਾਂ 'ਤੇ ਪੀਤਾ ਜਾਂਦਾ ਸੀ। ਆਕਾਸ਼ ਐਟਮੋਸਫੇਅਰ ਦੇ ਜਾਂ ਆਕਾਸ਼ ਦੇ ਵਿੱਚ ਇੰਦਰ ਨੂੰ ਕਹਿੰਦੇ ਸਨ ਵਰਖਾ ਅਤੇ ਤੂਫਾਨ ਦਾ ਦੇਵਤਾ, ਗੋਡ ਆਫ ਥੰਡਰ ਐਂਡ ਰੇਨ। ਵਰਖਾ ਅਤੇ ਤੂਫਾਨ ਦਾ ਦੇਵਤਾ। ਮਾਰੂਤ ਹਵਾ ਦਾ ਦੇਵਤਾ। ਇਹ ਸਾਡੇ ਆਕਾਸ਼ ਦੇ ਦੇਵਤੇ ਨੇ, ਸਾਡੇ ਐਟਮੋਸਫੇਅਰ ਦੇ ਦੇਵਤੇ ਨੇ। ਆਕਾਸ਼ ਦੇ ਦੇਵਤੇ ਇੰਦਰ ਅਤੇ ਮਾਰੂਤ। ਪੁਲਾੜ ਹੈਵਨਲੀ ਗੋਡਸ ਜਿਵੇਂ ਕਿ ਵਰੁਣ, ਸੂਰਜ, ਪੂਸ਼ਨ, ਵਿਸ਼ਨੂੰ, ਅਸ਼ਵਨੀ ਆਦਿ। ਇਹਨਾਂ ਤੋਂ ਇਲਾਵਾ ਹੋਰ ਵੀ ਦੇਵਤੇ ਸਨ। ਰਿਗਵੇਦਿਕ ਕਾਲ ਵਿੱਚ ਵਰੁਣ ਅਤੇ ਇੰਦਰ ਸਭ ਤੋਂ ਮਹੱਤਵਪੂਰਨ ਦੇਵਤੇ ਸਨ। ਵਰੁਣ ਅਤੇ ਇੰਦਰ। ਉੱਤਰ ਵੈਦਿਕ ਕਾਲ ਵਿੱਚ ਜਦੋਂ ਬਹੁਤ ਸਾਰੇ ਦੇਵਤੇ ਹੋਂਦ ਵਿੱਚ ਆਏ ਤਾਂ ਇੰਦਰ ਦੇਵਤਾ ਉੱਤਰ ਵੈਦਿਕ ਕਾਲ ਵਿੱਚ ਇੰਦਰ ਦੇਵਤਾ ਸਭ ਤੋਂ ਮਹੱਤਵਪੂਰਨ ਬਣ ਗਿਆ। ਧਾਰਮਿਕ ਯੱਗ ਜਿਹੜੇ ਕਿ ਰਿਗਵੇਦਿਕ ਕਾਲ ਵਿੱਚ ਸਾਦੇ ਹੁੰਦੇ ਸਨ, ਉੱਤਰ ਵੈਦਿਕ ਕਾਲ ਵਿੱਚ ਬਹੁਤ ਕਠਿਨ ਅਤੇ ਮਹਿੰਗੇ ਹੋ ਗਏ ਸਨ। ਅਰਲੀ ਵੈਦਿਕ ਏਜ ਦੇ ਵਿੱਚ ਜੋ ਹਵਨ ਕਰਦੇ ਸਨ ਉਹ ਬੜੇ ਸਾਦੇ ਸਨ, ਪਰ ਬਾਅਦ ਦੇ ਵਿੱਚ ਇਹਨਾਂ ਦੇ ਖਰਚਾ ਬਹੁਤ ਜ਼ਿਆਦਾ ਹੋਣਾ ਸ਼ੁਰੂ ਹੋ ਗਿਆ ਸੀ। ਮੁੱਢਲੇ ਵੈਦਿਕ ਕਾਲ ਦੇ ਧਾਰਮਿਕ ਰੀਤੀ ਰਿਵਾਜ਼ਾਂ ਵਿੱਚ ਬਲੀ ਜਾਂ ਯੱਗ ਦਾ ਮਹੱਤਵਪੂਰਨ ਸਥਾਨ ਸੀ। ਯੱਗਾਂ ਵਿੱਚ ਦੁੱਧ, ਅਨਾਜ, ਘਿਓ ਅਤੇ ਪਸ਼ੂਆਂ ਆਦਿ ਦੀ ਆਹੂਤੀ ਦਿੱਤੀ ਜਾਂਦੀ ਸੀ। ਅਗਨੀ ਅੱਗ ਦਾ ਦੇਵਤਾ ਬਹੁਤ ਮਸ਼ਹੂਰ ਸੀ ਕਿਉਂਕਿ ਉਸ ਨੂੰ ਆਹੂਤੀ ਦਿੱਤੇ ਬਗੈਰ ਕੋਈ ਵੀ ਯੱਗ ਸੰਪੂਰਨ ਨਹੀਂ ਸਮਝਿਆ ਜਾਂਦਾ ਸੀ। ਭਾਵ ਅੱਗ ਨੂੰ ਆਹੂਤੀ ਦਿੱਤੇ ਬਿਨਾਂ ਕੋਈ ਵੀ ਯੱਗ ਸਫਲ ਨਹੀਂ ਸਮਝਿਆ ਜਾਂਦਾ ਸੀ। ਵਿਗਿਆਨ, ਸਾਇੰਸ ਐਂਡ ਟੈਕਨੋਲੋਜੀ। ਵੈਦਿਕ ਸਾਹਿਤ ਤੋਂ ਸਾਨੂੰ ਉਸ ਸਮੇਂ ਦੇ ਵਿਗਿਆਨ ਅਤੇ ਉਦਯੋਗ, ਉਸ ਸਮੇਂ ਦੀ ਸਾਇੰਸ, ਟੈਕਨੋਲੋਜੀ, ਇੰਡਸਟਰੀ ਬਾਰੇ ਪਤਾ ਲੱਗਦਾ। ਮੈਥੇਮੈਟਿਕਸ, ਗਣਿਤ ਅਤੇ ਇਸ ਦੀਆਂ ਜਿਵੇਂ ਅਲਜੈਬਰਾ, ਰੇਖਾ ਗਣਿਤ, ਜਿਓਮੈਟਰੀ, ਤਿਕੋਣਮਿਤੀ, ਟ੍ਰਿਗਨੋਮੈਟਰੀ ਬਹੁਤ ਉੱਨਤ ਸਨ ਕਿਉਂਕਿ ਜੋ ਉਸ ਸਮੇਂ ਯੱਗ ਕੀਤੇ ਜਾਂਦੇ ਸਨ, ਜੋ ਹਵਨ ਕਰਦੇ ਸਨ, ਉਹ ਹਵਨ ਕੁੰਡ ਦਾ ਆਕਾਰ ਕਿਹੋ ਜਿਹਾ ਹੋਵੇਗਾ, ਕਿੰਨੇ ਐਂਗਲ 'ਤੇ ਹੋਵੇਗਾ, ਕਿੰਨੇ ਕੋਣ 'ਤੇ ਹੋਵੇਗਾ, ਕਿੰਨੀ ਲੰਬਾਈ ਹੋਵੇਗੀ, ਕਿੰਨੀ ਉਚਾਈ ਹੋਵੇਗੀ, ਇਹ ਸਾਰੇ ਕੁਝ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਸੀ। ਉਹ ਵਰਗਾਕਾਰ ਹੋਵੇਗਾ, ਉਹ ਆਇਤਾਕਾਰ ਹੋਵੇਗਾ। ਭਾਵ ਉਸ ਸਮੇਂ ਦੀ ਜੋ ਸਾਡਾ ਅਲਜੈਬਰਾ, ਜਿਓਮੈਟਰੀ ਅਤੇ ਟ੍ਰਿਗਨੋ, ਜੇ ਯਾਦ ਕਰਨਾ ਤਾਂ ਯਾਦ ਕਰ ਸਕਦੇ ਹੋ ਤੁਸੀਂ ਟੈਗ, TAG ਟੈਗ ਨਾਲ ਵੀ ਕਰ ਸਕਦੇ ਹੋ, GAT ਗੇਟ ਨਾਲ ਵੀ ਕਰ ਸਕਦੇ ਹੋ। ਜਿਸ ਤਰ੍ਹਾਂ ਮਰਜ਼ੀ ਕਰ ਸਕਦੇ ਹੋ ਵੀ ਗੇਟ ਕਿਹੋ ਜਿਹਾ ਰੱਖਣਾ। ਜਿਓਮੈਟਰੀ, ਅਲਜੈਬਰਾ ਐਂਡ ਟ੍ਰਿਗਨੋ ਤਿੰਨਾਂ ਬਾਰੇ ਇਹਨਾਂ ਨੂੰ ਪੂਰਾ ਗਿਆਨ ਸੀ। ਖਗੋਲ, ਐਸਟਰੋਨੋਮੀ ਐਂਡ ਐਸਟਰੋਲੋਜੀ। ਐਸਟਰੋਨੋਮੀ ਐਂਡ ਐਸਟਰੋਲੋਜੀ ਵੀ ਬਹੁਤ ਉੱਨਤ ਸੀ। ਵੈਦਿਕ ਲੋਕਾਂ ਨੂੰ ਗ੍ਰਹਿਆਂ ਦੀ ਗਤੀ, ਸੂਰਜ ਅਤੇ ਚੰਦਰਮਾ ਗ੍ਰਹਿਣ, ਪ੍ਰਿਥਵੀ ਦਾ ਆਪਣੀ ਧੁਰੀ ਉੱਤੇ ਭਾਵ ਰੋਟੇਸ਼ਨ ਅਬਾਊਟ ਇਟਸ ਓਨ ਐਕਸਿਸ ਐਂਡ ਰੈਵੋਲਿਊਸ਼ਨ ਦੋਨਾਂ ਬਾਰੇ ਇਹਨਾਂ ਨੂੰ ਪਤਾ ਸੀ। ਉਸ ਸਮੇਂ ਜੋ ਮੈਡੀਕਲ ਸਾਇੰਸ ਸੀ ਉਹ ਵੀ ਬੜੀ ਪ੍ਰਸਿੱਧ ਸੀ, ਜਿਸ ਨੂੰ ਕਿਹਾ ਜਾਂਦਾ ਸੀ ਆਯੁਰਵੇਦ। The medical science were called Ayurved and were fairly advanced ਅਤੇ ਬਹੁਤ ਜ਼ਿਆਦਾ ਲੋਕਾਂ ਨੂੰ ਉਸ ਬਾਰੇ ਗਿਆਨ ਸੀ। ਇਸ ਤਰ੍ਹਾਂ ਅਸੀਂ ਨੇ ਵੈਦਿਕ ਕਾਲ ਬਾਰੇ ਪੜ੍ਹਿਆ ਹੈ 1500 ਈਸਵੀ ਪੂਰਵ ਤੋਂ ਲੈ ਕੇ 500 ਈਸਵੀ ਪੂਰਵ ਤੱਕ। ਇਸ ਤੋਂ ਅਗਲੀ ਵੀਡੀਓ ਰਾਹੀਂ ਜੋ ਇਸ ਤੋਂ ਅਗਲੇ ਪਾਠ ਨੇ, ਹਰ ਰੋਜ਼ ਕੋਸ਼ਿਸ਼ ਕੀਤੀ ਜਾਵੇਗੀ 2 ਜਾਂ 3 ਪਾਠਾਂ ਦੀ ਵੀਡੀਓ ਬਣਾ ਕੇ ਤੁਹਾਨੂੰ ਭੇਜੀ ਜਾਵੇਗੀ ਤਾਂ ਜੋ ਤੁਸੀਂ ਵਧੀਆ ਪੜ੍ਹ ਸਕੋ।